Hi everybody, welcome to this class by Gyano. Guys, ਆਪਾਂ ਲਾਸਟ ਇੱਕ ਵੀਡੀਓ ਕੱਢੀ ਸੀ PSSP ਜੇਲ ਸੁਪਰਿਟੈਂਡੈਂਟ ਵਾਸਤੇ ਕਿ ਹਾਊ ਟੂ ਫਿਲ ਦੀ ਆਨਲਾਈਨ ਫਾਰਮ ਫॉर द ਸੇਮ। ਤੁਸੀਂ ਫਾਰਮ ਕਿੱਦਾਂ ਫਿਲ ਕਰਨਾ ਹੈ। ਉਸ ਵੀਡੀਓ ਦੇ ਵਿੱਚ ਮੈਨੂੰ ਸਟੂਡੈਂਟਸ ਦੇ ਬਹੁਤ ਸਾਰੇ ਕਮੈਂਟਸ ਆਏ ਕਿ ਸਰ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ, ਸਾਨੂੰ ਇਹ ਪ੍ਰੋਬਲਮ ਆ ਰਹੀ ਹੈ। ਰਾਦਰ ਦੈਨ ਮੈਂ FAQ ਤੇ ਵੀਡੀਓ ਕੱਢਾਂ ਫ੍ਰੀਕੁਐਂਟਲੀ ਆਸਕਡ ਕੁਐਸਚਨ ਤੇ, ਜਿੱਥੇ ਸਾਨੂੰ ਪੁੱਛਿਆ ਜਾਂਦਾ ਹੈ ਕਿ ਵੀ ਇਹ ਕੁਐਸਚਨ ਹੋ ਸਕਦੇ ਆ, ਉਹ ਤੁਹਾਡੇ ਵਾਸਤੇ ਬੈਟਰ ਨਹੀਂ ਹੈਗਾ ਬਿਕੋਜ਼ ਉੱਥੇ ਮੈਂ ਆਪਣੇ ਫੈਕਟਸ ਕਲੀਅਰ ਕਰੂੰਗਾ ਜਿਹੜਾ ਮੈਨੂੰ ਲੱਗਦਾ ਹੈ ਕਿ ਸਟੂਡੈਂਟਸ ਪੁੱਛ ਸਕਦੇ ਨੇ, ਬਟ ਜਿਹੜਾ ਸਟੂਡੈਂਟਸ ਨੇ ਪੁੱਛਿਆ ਹੈ ਉਹ ਸਾਨੂੰ ਹੋਰ ਕਲੀਅਰ ਹੋਣਾ ਚਾਹੀਦਾ ਹੈ। So hence, we are there for another video regarding the same, and that video is not based on what we think. ਉਹ ਉਸ ਤੇ ਬੇਸਡ ਹੈ ਜਿਹੜੇ ਕਮੈਂਟ ਸਟੂਡੈਂਟਸ ਨੇ ਕੀਤੇ ਸਨ ਉਸ ਵੀਡੀਓ 'ਚ। ਜਿਹੜੀ ਪ੍ਰੋਬਲਮਸ ਸਟੂਡੈਂਟਸ ਫੇਸ ਕਰ ਰਹੇ ਸੀਗੇ ਉਸ ਵੀਡੀਓ ਦੇ ਵਿੱਚ we have come up with a video regarding the same. So right, I'm gonna clear those petty facts, those were there into your mind while you are filling the form. ਤੁਹਾਨੂੰ ਫਾਰਮ ਫਿਲ ਕਰਨ ਵਾਸਤੇ ਜਿਹੜੀ ਵੀ ਰਿਕੁਆਇਰਮੈਂਟ ਹੋਗੀ ਆਪਾਂ ਉਹ ਕਲੀਅਰ ਕਰ ਦਾਂਗੇ, ਰਾਈਟ। ਸੋ ਵਿਦਆਊਟ ਵੇਸਟਿੰਗ ਮਚ ਟਾਈਮ ਆਪਾਂ ਅੱਗੇ ਚੱਲਦੇ ਹਾਂ। ਦੇਰ ਵੀ ਗੋ ਵਿਦ ਦ ਸਲਾਈਡ ਆਫ ਇਟ, ਰਾਈਟ। ਦਿਸ ਇਜ਼ ਜਸਟ ਅ ਬੇਸਿਕ ਸਲਾਈਡ ਜਿੱਥੇ ਆਪਾਂ ਬੇਸਿਕ ਕੁਐਸਚਨਸ ਆਨਸਰ ਕਰਨੇ ਆ। ਉਹ ਬੇਸਿਕ ਆਪਾਂ ਆਲਰੇਡੀ ਆਨਸਰ ਕਰ ਚੁੱਕੇ ਹਾਂ ਲਾਸਟ ਵੀਡੀਓ ਦੇ ਵਿੱਚ, ਤੁਹਾਨੂੰ ਪ੍ਰੈਕਟੀਕਲ ਡੈਮੋ ਵੀ ਸ਼ੋ ਕੀਤਾ ਸੀ ਕਿ ਫਾਰਮ ਕਿੱਦਾਂ ਫਿਲ ਕਰਨਾ ਹੈ। ਬਟ ਸਿੰਸ ਵੀ ਗੋਟ ਅ ਲੋਟ ਆਫ ਕਮੈਂਟਸ ਰਿਗਾਰਡਿੰਗ ਦ ਸੇਮ ਕਿ ਸਰ ਸਾਨੂੰ ਇਹ ਦਿੱਕਤ ਆ ਰਹੀ ਹੈ, ਇਹ ਦਿੱਕਤ ਆ ਰਹੀ ਹੈ, ਵੀ ਕੁਡ ਨਾਟ ਸਿਟ ਆਈਡਲ। ਉਹ ਕਮੈਂਟਸ ਨੂੰ ਆਪਾਂ ਕਲੀਅਰ ਕਰਨਾ ਹੀ ਸੀ। ਸੋ ਆਫ ਕੋਰਸ ਵੀ ਆਰ ਡੂਇੰਗ ਇਟ with the help of a video. Whether that comment is regarding you're not able to edit the document, whether it is regarding the DMCs, you regarding your graduation, you regarding your grade system, there can be a number of comments. See, different identities, different problems. ਤੁਹਾਨੂੰ ਪਤਾ ਹੈ ਕਿ ਜੇ ਤੁਸੀਂ ਫਾਰਮ ਕਰ ਰਹੇ ਹੋ ਫਿਲ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ। ਇੱਕ ਬਹੁਤ ਵੱਡੀ ਪ੍ਰੋਬਲਮ ਦੇਖੀ ਗਈ ਸੀ ਵਿੱਚ ਰਜਿਸਟ੍ਰੇਸ਼ਨ ਸਰਟੀਫਿਕੇਟ ਬਾਰੇ, ਤੇ ਮੈਂ ਉਹ ਵੀ ਕਲੀਅਰ ਕਰਨ ਲੱਗਿਆ। ਆਪਾਂ ਚੈੱਕ ਕਰਦੇ ਹਾਂ ਫਰਸਟ ਸਲਾਈਡ। ਇਹ ਜਿਹੜੀ ਸਲਾਈਡ ਹੈ ਇਟ ਇਜ਼ ਅਬਾਊਟ ਦਾ ਗ੍ਰੇਡ ਸਿਸਟਮ। ਤੁਹਾਨੂੰ ਪਤਾ ਹੀ ਹੋਊਗਾ ਗਾਈਜ਼ ਕਿ ਜਿਹੜਾ ਬੀਟੈਕ ਵਾਸਤੇ ਗ੍ਰੇਡ ਸਿਸਟਮ ਹੈਗਾ ਉਹਦੇ ਬਾਰੇ ਗੱਲ ਹੋ ਰਹੀ ਸੀ ਇੱਥੇ, ਰਾਈਟ। ਮੈਂ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਕਰਦਾ ਇਹ ਪੁਆਇੰਟ। ਗਾਈਜ਼ ਗੱਲ ਇਹ ਹੈ ਕਿ ਨੋਰਮਲੀ 80 ਤੋਂ ਉੱਪਰ ਦੇਖਿਆ ਨਹੀਂ ਜਾਂਦਾ ਡਿਗਰੀ 'ਚ। ਜੇ ਤੁਹਾਨੂੰ ਲੱਗਦਾ 80 ਤੋਂ ਉੱਪਰ ਹੈਗੇ ਉਹਨੂੰ ਆਪਾਂ ਲੈਟਰ O ਕਹਿੰਦੇ ਅਤੇ ਗ੍ਰੇਡ ਪੁਆਇੰਟ ਹੁੰਦਾ 10। ਅਤੇ ਮੈਂ ਇੰਨਾ ਕਹਿ ਰਿਹਾ ਇਟ ਇਜ਼ ਅਪ ਟੂ ਯੋਰ ਕਾਲਜ, ਤੁਹਾਨੂੰ ABCD ਵਾਲੇ ਗ੍ਰੇਡ ਦਿੱਤੇ ਗਏ ਹੈ ਜਾਂ ਤੁਹਾਨੂੰ ਨੰਬਰਸ ਵਾਲੇ ਗ੍ਰੇਡ ਦਿੱਤੇ ਗਏ ਹੈ। ਇਫ ਨੋਟ ਤੁਹਾਨੂੰ ਪਰਸੈਂਟੇਜ ਦਿੱਤਾ ਜਾਏਗਾ। ਉੱਥੇ ਤੁਹਾਡੇ ਕੋਲ ਡਾਇਰੈਕਟ ਫਾਰਮੇਸ਼ਨ ਹੈਗੀ ਕਿ ਮੈਂ ਪਰਸੈਂਟੇਜ ਫਿਲ ਕਰਨੀ ਹੈ। ਜੇਕਰ ਤੁਹਾਨੂੰ ਲੱਗਦਾ ਤੁਹਾਡੇ ਕੋਲ ਪਰਸੈਂਟੇਜ ਨਹੀਂ ਮਿਲੀ ਹੈ, ਫੋਰ ਐਗਜ਼ਾਮਪਲ ਤੁਹਾਡੇ ਇੱਥੇ 73% ਆਏ ਹੈ, ਤੁਸੀਂ ਡਾਇਰੈਕਟ ਫਿਲ ਕਰ ਦਿਓ। ਤੁਹਾਨੂੰ ਫਿਲ ਕਰਨ ਦੀ ਲੋੜ ਵੀ ਨਹੀਂ ਪਊਗੀ। ਜੇ ਤੁਹਾਡੇ ਕੋਲ 500 'ਚ ਕਨਵਰਟ ਕਰਨਾ ਉਹ ਡਾਇਰੈਕਟ ਤੁਹਾਨੂੰ ਦੇ ਦੇਗਾ। ਉਹ ਕਿੱਦਾਂ? ਉਹ ਡਾਇਰੈਕਟ ਤੁਹਾਨੂੰ ਦੇ ਦੇਗਾ। ਫੋਰ ਸਪੋਜ਼ ਮੈਂ ਦੇਖਿਆ ਵੀ ਤੁਹਾਡੇ ਕੋਲ ਨੰਬਰ ਤੁਹਾਡੇ 365 ਨੇ, ਰਾਈਟ ਜੀ, ਉਹ ਆਪੇ ਤੁਹਾਡੀ ਪਰਸੈਂਟੇਜ ਕੱਢ ਕੇ ਦੇ ਦੇਗਾ ਵੀ 73% ਬਣਦੀ ਹੈ। ਤੁਸੀਂ ਇਹ ਕਰਨਾ ਮਾਰਕਸ ਓਬਟੇਨਡ 365, ਕਿੰਨੇ 'ਚੋਂ ਆਏ, ਮੈਕਸਿਮਮ ਮਾਰਕਸ 500। ਇਹ ਜਿਹੜਾ ਪਰਸੈਂਟੇਜ ਵਾਲਾ ਕਾਲਮ ਹੋਊਗਾ ਇਹ ਆਪੇ ਫਿਲ ਹੋ ਜੂ 73%, ਰਾਈਟ। ਬਟ ਪ੍ਰੋਬਲਮ ਤਾਂ ਆਉਂਦੀ ਹੈ ਵੀ ਤੁਹਾਡੇ ਕੋਲ ਸਰ ਸਾਡੇ ਕੋਲ ਤਾਂ ਮਾਰਕਸ ਹੀ ਨਹੀਂ ਆਏ, ਸਾਨੂੰ ਡਾਇਰੈਕਟ ਗ੍ਰੇਡ ਸਿਸਟਮ ਦਿੱਤਾ ਗਿਆ। ਉੱਥੇ ਮੈਂ ਤੁਹਾਨੂੰ ਸਿਰਫ ਫਿਲ ਕਰਨ ਦਾ ਇੱਕ ਤਰੀਕਾ ਦੱਸੂੰਗਾ ਕਿਉਂਕਿ ਲਾਸਟ ਤੁਹਾਨੂੰ ਡਾਕੂਮੈਂਟਸ ਜਿਹੜੇ ਹੈ ਉਹ ਸਬਮਿਟ ਕਰਾਉਣ ਹੀ ਪੈਂਦੇ ਡਾਕੂਮੈਂਟ ਵੈਰੀਫਿਕੇਸ਼ਨ ਵੱਲ, ਰਾਈਟ। ਅਤੇ ਉੱਥੇ ਤੁਸੀਂ ਕੀ ਕਰਨਾ, ਇਹ ਹੈ ਮਾਰਕਸ ਓਬਟੇਨਡ ਦਾ, ਇਹ ਹੈ ਮੈਕਸਿਮਮ ਮਾਰਕਸ, ਠੀਕ ਹੈ ਜੀ। ਇਹ ਤੁਹਾਡੇ ਕੋਲ ਗ੍ਰੇਡ ਸਿਸਟਮ ਹੈਗਾ। ਤੁਸੀਂ ਕੁਛ ਨਹੀਂ ਕਰਨਾ, ਗ੍ਰੇਡ ਸਿਸਟਮ ਨੂੰ ਫਿਲ ਕਰਨਾ, ਰਾਈਟ। ਹੁਣ ਤੁਹਾਡੇ ਕੋਲ ਆ ਗਿਆ ਵੀ ਤੁਹਾਡਾ ਜਿਹੜਾ ਗ੍ਰੇਡ ਸਿਸਟਮ ਹੈਗਾ ਉਹ ਫੋਰ ਸਪੋਜ਼ ਕਿਸੇ ਦਾ B ਆਇਆ ਹੈ, ਠੀਕ ਹੈ ਜੀ। ਤੁਸੀਂ ਗ੍ਰੇਡ B ਫਿਲ ਕਰ ਦਿਓ ਇੱਥੇ ਡਾਇਰੈਕਟ। ਜੇ ਤੁਹਾਨੂੰ ਲੱਗਦਾ ਹੈ ਕਿ ਬਈ ਇਹ ਆਇਆ, ਇਹ ਤੁਸੀਂ ਫਿਲ ਕਰਤਾ, ਰਾਈਟ। ਬਟ ਤੁਸੀਂ ਲੱਗਦਾ ਵੀ ਤੁਹਾਨੂੰ ਪਰਸੈਂਟੇਜ ਫਿਲ ਕਰਨਾ ਪਊਗਾ, ਤੁਸੀਂ ਕੀ ਕਰਨਾ, ਤੁਹਾਨੂੰ B ਮਿਲਿਆ ਨਾ, ਇਹ 60 ਤੋਂ ਲੈ ਕੇ 69 ਤੱਕ ਹੈਗਾ, ਠੀਕ ਹੈ ਜੀ। ਤੁਸੀਂ ਵਿਚਲਾ ਫੜ ਲਓ, ਫੋਰ ਸਪੋਜ਼ 65, ਠੀਕ ਹੈ ਜੀ। ਇਹ 65% ਆ ਗਿਆ ਤੁਹਾਡਾ, ਤੁਸੀਂ ਇਹਨੂੰ 65% ਮੀਨ ਕੱਢ ਲਓ। ਜੇ ਤੁਹਾਨੂੰ ਲੱਗਦਾ ਕਿ ਸਰ ਇਹ 65% ਆ ਗਿਆ ਅਤੇ ਤੁਸੀਂ ਉਸ ਹਿਸਾਬ ਨਾਲ ਫਿਲ ਕਰ ਲਓ। ਤੁਹਾਡੇ ਮੈਕਸਿਮਮ ਮਾਰਕਸ ਜੇ 500 ਰੁਪਏ ਹੈਗੇ, ਠੀਕ ਹੈ ਜੀ, 500 ਦੇ ਹੈਗੇ ਅਤੇ ਤੁਹਾਨੂੰ ਫਿਲ ਕਰਨਾ ਅਤੇ 65% ਕਿੰਨਾ ਬਣ ਜੂ ਸਰ, 325 ਬਣ ਜੂ। ਗੈਟਿੰਗ ਮਾਈ ਪੁਆਇੰਟ। ਇਹ ਤੁਹਾਡਾ ਹੋ ਗਿਆ, ਉਹ ਆਪੇ 65 ਫਿਲ ਹੋ ਜੂ ਇੱਥੇ। ਅਤੇ 65 ਲਿੱਤਾ ਕਿੱਦਾਂ ਆਪਾਂ ਸਿਰਫ ਮੀਨ ਕੱਢ ਲਿਆ। ਜੇਕਰ ਤੁਹਾਡਾ ਕਿਸ ਦਾ ਬਹੁਤ ਵਧੀਆ ਗ੍ਰੇਡ ਆਇਆ A ਅਤੇ ਉਹਨੂੰ ਮੀਨ ਕੱਢਣਾ, ਇਹ ਟੇਬਲ ਦੇ ਹਿਸਾਬ ਨਾਲ ਤੁਸੀਂ ਮੀਨ ਕੱਢ ਲਿਓ, ਤੁਹਾਡੇ ਕੋਲ ਮੀਨ ਆ ਜੂ 75%। ਇਹ ਜਿਹੜਾ 75 ਹੈਗਾ ਤੁਹਾਨੂੰ ਪਤਾ ਤੁਸੀਂ ਕਲੀਅਰ ਕਰਨਾ, ਇਹ ਬਣ ਜੂਗਾ ਤੁਹਾਡੇ ਕੋਲ 375 ਡਿਵਾਈਡ ਬਾਈ 500। ਇਹ 500 ਤੁਹਾਡਾ ਮੈਕਸਿਮਮ ਮਾਰਕਸ ਆ ਜੂ, ਇੱਥੇ ਮਾਰਕਸ ਓਬਟੇਨਡ ਆ ਜੂ, ਇਹ 75 ਆਪੇ ਭਰਿਆ ਜਾਊਗਾ ਵਿੱਚ,
right? This comes your direct formation. Hence, we can directly say that if a person fails to enter the percentage given into the format, he or she can clearly find out his or her own percentage, and that is based on to the grade point you're getting. If somebody is getting a grade point in terms of the abbreviations, in terms of the letter grade, he or she can find the mean marks from this table. If or he or she is getting the same thing with the grade point, then also it becomes way too easier. So there is no point if you are facing such problem, right? That becomes way too easy if you're doing it in this way. Sometimes when we talk about the CGPA part, right, that can also be done. You just need to multiply it. For suppose your CGPA comes out to be, somebody is getting a CGPA of let's say 7, right? You just have to multiply it by 9.5. This is the criterion of getting that thing into percentage. ਜੇਕਰ ਤੁਹਾਡਾ CGPA ਤੁਹਾਨੂੰ 7 ਮਿਲਿਆ ਹੋਇਆ ਹੈ, ਤੁਸੀਂ ਉਹਨੂੰ ਸਿਰਫ ਗੁਣਾ ਕਰਨਾ ਹੈ 9.5 ਨਾਲ। ਇਹ ਜਿਹੜਾ 9.5 ਹੈ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ 9 7 63.00। ਇੱਥੇ ਤੁਹਾਨੂੰ ਪਤਾ ਹੈ ਕਿ 7 ਨੂੰ ਅੱਧੇ ਨਾਲ ਮਲਟੀਪਲਾਈ ਕਰੋਗੇ 3.5 ਆ ਜੂ ਤੁਹਾਡੇ ਕੋਲ, ਜਿਹੜਾ ਆ ਗਿਆ ਤੁਹਾਡਾ ਪਰਸੈਂਟੇਜ ਹੈ 66.5। ਇਹ ਤੁਸੀਂ ਪਰਸੈਂਟੇਜ ਡਾਇਰੈਕਟਲੀ ਫਿਲ ਕਰਨਾ ਹੈ। ਹੁਣ ਤੁਸੀਂ ਕਹੋਗੇ ਸਰ ਮਾਰਕਸ ਸਾਨੂੰ ਫਿਰ ਵੀ ਨਹੀਂ ਮਿਲੇ, ਕੋਈ ਗੱਲ ਨਹੀਂ, ਤੁਸੀਂ ਇਹਨੂੰ 500 ਨਾਲ ਮਲਟੀਪਲਾਈ ਕਰੋਗੇ 66.5 ਨੂੰ, ਤੁਹਾਡੇ ਕੋਲ ਇਹ ਵੀ ਆ ਜਾਊਗਾ ਕਿ ਤੁਹਾਨੂੰ ਕਿੱਦਾਂ ਫਿਲ ਕਰਨਾ ਹੈ। ਦੈਟ ਵਿਲ ਬੀ ਨੀਅਰ ਅਬਾਊਟ 332.5, ਰਾਈਟ, ਇਫ ਆਮ ਨਾਟ ਰੋਂਗ। ਆਈਵ ਗੋਟ ਅ ਵੀਕ ਮੈਥਮੈਟਿਕਸ, ਸੋ ਬੇਅਰ ਵਿਦ ਇਟ। ਤੁਹਾਨੂੰ ਲੱਗਿਆ ਮੈਂ ਥੋੜੀ ਜਿਹੀ ਕੈਲਕੂਲੇਸ਼ਨ ਮਿਸਟੇਕ ਕੀਤੀ, ਤੁਸੀਂ ਉਹਨੂੰ ਠੀਕ ਕਰ ਲਿਓ, ਕਿਉਂਕਿ ਤੁਸੀਂ ਐਗਜ਼ਾਮ ਕਲੀਅਰ ਕਰਨਾ, ਤੁਹਾਡੇ ਤੋਂ ਕੈਲਕੂਲੇਸ਼ਨ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਲੱਗਦਾ ਮੈਂ ਗਲਤੀ ਕੀਤੀ, ਉਹਨੂੰ ਕਮੈਂਟ 'ਚ ਫਾਈਂਡ ਵੀ ਆਊਟ ਕਰਿਆ ਵੀ ਮੈਂ ਕਿਹੜੀ ਗਲਤੀ ਕਰਤੀ ਇੱਥੇ। ਆਈ ਵਿਲ ਕਲੀਅਰ ਦੈਟ ਥਿੰਗ ਆਊਟ ਓਵਰ ਹੇਅਰ, ਰਾਈਟ। Anyways, jokes apart, right? So guys, we are here upon this. We need to be focused on to this fact ਕਿ ਤੁਹਾਨੂੰ ਕਲੀਅਰ ਕਿੱਦਾਂ ਕਰਨਾ ਹੈ, ਰਾਈਟ। ਉਹ ਤੁਸੀਂ ਇੱਥੇ ਫਿਲ ਕਰ ਸਕਦੇ ਹੋ। ਤੇ ਇਹ ਰਿਹਾ ਕਨਸੈਪਟ CGPA ਵਾਸਤੇ। ਤੇ ਦੂਜਾ ਕਨਸੈਪਟ ਜਿਹੜਾ ਮੈਂ ਪਹਿਲਾਂ ਦੱਸਿਆ ਇਸ ਤੋਂ, ਉਹ ਤੁਹਾਡੇ ਕੋਲ ਹੈਗਾ ਗ੍ਰੇਡ ਪੁਆਇੰਟ ਤੇ ਲੈਟਰ ਗ੍ਰੇਡ ਵਾਸਤੇ, ਰਾਈਟ। ਉਹ ਤੁਸੀਂ ਫਿਲ ਕਰ ਲਿਓ। ਤੇ ਤੁਹਾਨੂੰ ਪਤਾ ਲੱਗ ਗਿਆ ਪਰਸੈਂਟੇਜ ਤੇ ਗ੍ਰੇਡ ਦਾ ਪੁਆਇੰਟ ਕਿੱਦਾਂ ਫਿਲ ਕਰਨਾ। ਤੇ ਜਿਨ੍ਹਾਂ ਨੂੰ ਵੀ ਪ੍ਰੋਬਲਮ ਆਈ ਸੀ, ਆਈ ਫੇਸ ਲੋਟ ਆਫ ਕਮੈਂਟਸ ਰਿਗਾਰਡਿੰਗ ਦ ਸੇਮ, ਉਹਨਾਂ ਨੂੰ ਕਲੀਅਰ ਹੋ ਗਈ ਹੋਊਗੀ, ਰਾਈਟ। ਵੱਧਦੇ ਆਪਾਂ ਅੱਗੇ ਨੈਕਸਟ ਸਲਾਈਡ 'ਤੇ। ਇਹ ਜਿਹੜਾ ਸੈਂਪਲ ਦਾ ਮੈਂ ਸਿਰਫ ਇੱਕ ਸਕਰੀਨਸ਼ਾਟ ਲਿੱਤਾ ਹੋਇਆ, ਬਿਕੋਜ਼ ਵਾਟ ਬੈਟਰ ਦੈਨ ਜਿਹੜੇ ਮੈਂ ਆਪ ਟਰਾਈ ਕਰਾਂਗਾ ਤਾਂ ਆਈ ਕੈਨ ਗਿਵ ਯੂ ਅ ਬੈਟਰ ਇਨਫੋਰਮੇਸ਼ਨ ਆਫ ਰਿਗਾਰਡਿੰਗ, ਰਾਈਟ। ਅਤੇ ਇੱਥੇ ਨਾ ਸਟੂਡੈਂਟਸ ਦੇ ਕਮੈਂਟ ਆਏ ਸੀਗੇ ਕਿ ਸਰ ਮੈਂ ਆਪਣੀ 2 ਸਾਲ ਪੁਰਾਣੀ ਫੋਟੋ ਅਪਲੋਡ ਕਰਤੀ ਹੈ, ਉਹਨਾਂ ਨੇ ਤਾਂ ਕਿਹਾ ਸੀ 3 ਮੰਥਸ ਦੀ ਹੋਣੀ ਚਾਹੀਦੀ ਹੈ। ਡੈਫੀਨੇਟਲੀ 3 ਮੰਥਸ ਦੀ ਹੋਣੀ ਚਾਹੀਦੀ, ਉਹਨਾਂ ਨੇ ਕਿਹਾ ਹੈ। ਈਵਨ ਕਿ ਜੇ ਤੁਹਾਡੇ ਕੋਲ ਫੋਰ ਸਪੋਜ਼ ਤੁਸੀਂ ਆਪਣੀ ਪਾਸਪੋਰਟ ਸਾਈਜ਼ ਅਫਿਕਸ ਵੀ ਕਰਨੀ ਹੈ, ਫਿਜ਼ੀਕਲੀ ਅਫਿਕਸ ਵੀ ਕਰਨੀ ਹੈ, ਤਾਂ ਵੀ ਉਹ ਮੈਚ ਕਰਨੀ ਚਾਹੀਦੀ ਹੈ ਤੁਹਾਡੀ ਔਨਲਾਈਨ ਅਪਲੋਡ ਫੋਟੋ ਕੀਤੀ ਨਾਲ, ਰਾਈਟ। ਅਤੇ ਗੱਲ ਇੱਕ ਹੈ ਇੱਥੇ ਗਾਈਜ਼, ਤੁਸੀਂ ਕੁਛ ਨਹੀਂ ਕਰਨਾ। ਜੇ ਤੁਸੀਂ ਮਿਸਟੇਕ ਕਰਤੀ ਹੈ ਅਤੇ ਮੈਂ ਤੁਹਾਨੂੰ ਇੰਨਾ ਦੱਸਦਾ, ਇੱਥੇ ਤੁਹਾਡੇ ਕੋਲ ਨਾ ਫੋਰਮ ਫਿਲ ਕਰਨ 'ਤੇ ਤੁਹਾਡੇ ਕੋਲ ਵੈਰੀਫਾਈ, ਐਡਿਟ, ਸਬਮਿਟ ਦਾ ਆਪਸ਼ਨ ਆਉਂਦਾ। ਅਤੇ ਵੈਰੀਫਾਈ ਇਟਸੈਲਫ ਮੀਨਸ ਤੁਹਾਨੂੰ ਉਹ ਪ੍ਰੀਵਿਊ ਦਿਖਾਏਗਾ ਜਿਹੜਾ ਫੋਰਮ ਤੁਸੀਂ ਫਿਲ ਕੀਤਾ। ਤੁਸੀਂ ਐਡਿਟ ਉਸ ਟਾਈਮ ਉਹਨੂੰ ਕਰ ਸਕਦੇ ਹੋ। ਜੇ ਇੱਕ ਵਾਰ ਤੁਸੀਂ ਸਬਮਿਟ ਦਬਾਤਾ, ਇਹ ਇਸ ਟਾਈਮ ਸਬਮਿਟ ਨਹੀਂ ਹੈਗਾ, ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਆ ਗਿਆ ਹੈ, ਠੀਕ ਹੈ। ਮੈਂ ਆਪਣਾ ਰਜਿਸਟ੍ਰੇਸ਼ਨ ਨੰਬਰ ਕੱਢਿਆ ਸੀ, ਤੁਹਾਡੇ ਕੋਲ ਰਜਿਸਟ੍ਰੇਸ਼ਨ ਨੰਬਰ ਆ ਗਿਆ ਹੈ। ਤੁਸੀਂ ਇਹਦਾ ਡੈਫੀਨੇਟਲੀ ਇਸ 'ਤੇ ਕਲਿੱਕ ਕਰਕੇ ਇਹਨੂੰ ਵਾਪਸ ਐਡਿਟ ਕਰ ਸਕਦੇ ਹੋ। ਬਟ ਜੇ ਇਸ ਤੋਂ ਅਗਲੇ ਸਟੈਪ 'ਚ ਵੀ ਤੁਸੀਂ ਸਬਮਿਟ ਕਰਤਾ, ਫਿਰ ਦੇਰ ਇਜ਼ ਨੋ ਟਰਨਿੰਗ ਬੈਕ, ਯੂ ਕਾਂਟ ਜਸਟ ਸਕਿਪ ਇਟ ਆਊਟ, ਰਾਈਟ। ਫਿਰ ਤੁਸੀਂ ਨਹੀਂ ਕਰ ਸਕਦੇ ਹੋ। ਅਪਡੇਟ ਐਪਲੀਕੇਸ਼ਨ ਫਾਰਮ ਤੁਸੀਂ ਤਾਂ ਵੀ ਕਰ ਸਕਦੇ ਹੋ, ਤੁਹਾਡਾ ਨੇਮ, ਫਾਦਰ ਨੇਮ, ਡੇਟ ਆਫ ਬਰਥ ਤੇ ਕੈਟੇਗਰੀ ਨਹੀਂ ਹੋਏਗਾ। ਇਹ ਮੋਡੀਫਿਕੇਸ਼ਨ ਨਹੀਂ ਅਲਾਊਡ ਹੈ ਸਬਮਿਸ਼ਨ ਤੋਂ ਬਾਅਦ, ਇਹ ਚੀਜ਼ ਯਾਦ ਰੱਖਿਓ। ਅਤੇ ਮੈਂ ਤੁਹਾਨੂੰ ਇੰਨਾ ਕਹਿ ਰਿਹਾ, ਜੇ ਤੁਹਾਨੂੰ ਲੱਗਦਾ ਤੁਸੀਂ ਵੀ ਕਿਸੇ ਫੋਰਮੇਸ਼ਨ ਨਾਲ ਨਹੀਂ ਫਿਲ ਕਰ ਸਕੇ ਹੋ, ਜਾਂ ਤੁਹਾਡੇ ਡਾਕੂਮੈਂਟਸ ਰਹਿ ਗਏ ਸੀਗੇ, ਤੁਸੀਂ ਐਡਿਟ ਕਰਨਾ ਸੀ ਅਤੇ ਡਾਕੂਮੈਂਟ ਤੁਸੀਂ ਅਪਲੋਡ ਨਹੀਂ ਕੀਤੇ, ਤੁਸੀਂ ਦੁਬਾਰਾ ਫਿਲ ਕਰ ਲਓ। ਤੁਹਾਡੇ ਕੋਲ ਆਪਣੀ ਕੋਈ ਹੋਰ ਈਮੇਲ ID ਹੋਊਗੀ ਜੋ ਤੁਸੀਂ ਯੂਜ਼ ਕਰਦੇ ਹੋ, ਉਹਨੂੰ ਫਿਲ ਕਰਕੇ ਕਰ ਦਿਓ। ਮਿਸਮੈਚ ਨਹੀਂ ਹੋਊਗਾ। ਦੇਰ ਕੈਨ ਬੀ 2 ਪਰਸਨਸ ਆਫ ਦ ਸੇਮ, ਰਾਈਟ। ਸੋ ਮੇਕ ਸ਼ੋਰ ਤੁਸੀਂ ਇਹ ਨੌਬਤ ਆਉਣ ਨਾ ਦਿਓ। ਤੁਸੀਂ ਕਰ ਰਹੇ ਹੋ ਫਿਲ, ਹੁਣ ਧਿਆਨ ਨਾਲ ਫਿਲ ਕਰੋ, ਬਿਕੋਜ਼ these things are important. You are at such a phase of life, you can't just admit these mistakes. ਇਹ ਮਿਸਟੇਕ ਤੁਸੀਂ ਇਸ ਟਾਈਮ ਬੇਅਰ ਨਹੀਂ ਕਰ ਸਕਦੇ ਹੋ। ਅਤੇ ਮੇਕ ਸ਼ੋਰ ਜੇ ਤੁਸੀਂ ਕਰ ਰਹੇ ਹੋ ਉਹਨੂੰ ਢੰਗ ਨਾਲ ਕਰਿਓ, ਥੋੜ੍ਹਾ ਸੋਚ ਸਮਝ ਕੇ ਕਰੋ। 5 ਮਿੰਟ ਵੱਧ ਲਾ ਲਿਓ ਪਰ ਗਲਤ ਨਾ ਕਰਿਓ, ਰਾਈਟ। ਆਈ ਹੋਪ ਤੁਹਾਨੂੰ ਇੰਨਾ ਸਮਝ ਆ ਜਾਊਗਾ। ਜੇ ਤੁਸੀਂ ਮਿਸਟੇਕ ਕੀਤੀ ਹੈ ਅਤੇ ਸਬਮਿਟ ਵੀ ਕਰ ਚੁੱਕੇ ਹੋ, ਸੌਰੀ, ਦੇਰ ਇਜ਼ ਨੋ ਵੇ ਟਰਨਿੰਗ ਬੈਕ। ਤੁਸੀਂ ਉਹਨੂੰ ਦੁਬਾਰਾ ਐਡਿਟ ਨਹੀਂ ਕਰ ਸਕਦੇ ਹੋ, ਰਾਈਟ। ਪ੍ਰੋਪਰ ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਲੇਜ਼ੀ ਹੋ, ਤੁਸੀਂ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਇੰਸਟਰਕਸ਼ਨਸ ਦਿੱਤੀ ਉਹ ਤੁਸੀਂ ਫਿਲ ਨਹੀਂ ਕਰ ਸਕਦੇ ਹੋ, ਤੁਸੀਂ ਆਪਣੀ ਵੀਡੀਓ ਦੇਖ ਲਿਓ ਜਿਹੜਾ ਆਪਾਂ ਪਾਈ ਹੈ। ਮੈਂ ਉਸ ਚੀਜ਼ ਦਾ ਲਿੰਕ ਵੀ ਐਡਿਟ ਕਰ ਦਾਂਗਾ, ਲਿੰਕ ਇੱਕ ਵਾਰ ਸੈਂਡ ਕਰ ਦਾਂਗਾ ਡਿਸਕ੍ਰਿਪਸ਼ਨ 'ਚ, ਠੀਕ ਹੈ ਜੀ, ਅਪਲੋਡ ਕਰ ਦਾਂਗਾ। ਤੁਸੀਂ ਉਹ ਲਿੰਕ ਨੂੰ ਦੇਖ ਕੇ ਦੇਖ ਸਕਦੇ ਹੋ ਕਿ ਹਾਊ ਟੂ ਫਿਲ ਐਨ ਆਨਲਾਈਨ ਫਾਰਮ ਰਿਗਾਰਡਿੰਗ ਦ ਸੇਮ, ਰਾਈਟ ਜੀ। ਅੱਗੇ ਵਧਦੇ ਹੋਏ ਲੈਟਸ ਸੀ
ਇੱਕ ਬਹੁਤ ਵੱਡੀ ਸਟੂਡੈਂਟਸ ਦੀ ਕੁਐਰੀ ਆ ਰਹੀ ਸੀ ਕਿ ਐਕਸਟ੍ਰੀਮਲੀ 70% ਕਮੈਂਟਸ ਰਿਗਾਰਡਿੰਗ ਆਏ ਸੀਗੇ ਮੇਰੇ ਕੋਲ ਕਿ ਸਾਡੇ ਕੋਲ ਸਰ ਡਿਗਰੀ ਨਹੀਂ ਹੈਗੀ ਪਰ ਸਾਡੀ ਡਿਗਰੀ ਕੰਪਲੀਟ ਹੈ। ਇਹ ਕਿੱਦਾਂ ਹੋ ਸਕਦਾ ਹੈ? ਯੈਸ, ਦਿਸ ਮਾਈਟ ਬੀ ਦ ਕੇਸ ਯੂ ਹੈਵ ਕੰਪਲੀਟਿਡ ਆਲ ਦ ਸਮੈਸਟਰਸ। ਜੇਕਰ ਤੁਸੀਂ ਬੀਕਾਮ ਵਗੈਰਾ ਕਰ ਰਹੇ ਤੁਹਾਡੇ 6 ਸਮੈਸਟਰਸ ਹੋਣੇ, ਕਈਆਂ ਦੇ 8 ਸਮੈਸਟਰਸ ਹੋਣੇ, ਤੁਹਾਡੇ 8 ਦੇ 6 ਦੇ 6 ਸਮੈਸਟਰਸ ਕੰਪਲੀਟ ਹੈ, ਤੁਹਾਡੇ ਕੋਲ ਈਵਨ 8ਵੇਂ ਸਮੈਸਟਰ ਦੀ ਡੀਐਮਸੀ ਆ ਗਈ ਹੈ, 6ਵੇਂ ਦੀ ਡੀਐਮਸੀ ਆ ਗਈ, ਲਾਸਟ ਸਮੈਸਟਰ ਦੀ ਡੀਐਮਸੀ ਵੀ ਹੈਗੀ, ਬਟ ਤੁਹਾਡੇ ਕੋਲ ਡਿਗਰੀ ਨਹੀਂ ਹੈਗੀ। ਸੌਰੀ ਟੂ ਸੇ ਗਾਈਜ਼, ਜੇ ਤੁਹਾਡੇ ਕੋਲ ਡਿਗਰੀ ਨਹੀਂ ਹੈਗੀ ਤੁਸੀਂ ਕੰਪਲੀਟ ਨਹੀਂ ਕਰ ਸਕਦੇ, ਤੁਸੀਂ ਫਾਰਮ ਫਿਲ ਨਹੀਂ ਕਰ ਸਕਦੇ ਹੋ। ਤੁਹਾਡੇ ਕੋਲ ਡਿਗਰੀ ਦੀ ਫੋਟੋ ਅਪਲੋਡ ਹੋਣਾ ਬਹੁਤ ਇੰਪੋਰਟੈਂਟ ਹੈਗੀ, ਰਾਈਟ। ਤੁਸੀਂ ਕੁਝ ਲੋਕ ਕਹਿੰਦੇ ਕਿ ਸਰ ਆਪਾਂ ਨਾ ਇਹ ਕਰਦੇ ਲਾਸਟ ਸਮੈਸਟਰ ਦੀ, ਫॉर ਸਪੋਜ਼ ਕਿਸੇ ਦਾ 8th ਹੈ ਜਾਂ ਕਿਸੇ ਦਾ 6th ਸਮੈਸਟਰ ਜਿਹੜਾ ਲਾਸਟ ਸਮੈਸਟਰ ਹੈ ਉਹਦੀ ਡੀਐਮਸੀ ਅਪਲੋਡ ਕਰਦੇ ਆ। ਗਾਈਜ਼ ਉਹ ਤੁਹਾਡੇ ਕੋਲ ਕੋਈ ਡਾਇਰੈਕਟ ਸਬਮਿਸ਼ਨ ਨਹੀਂ ਹੈਗਾ। ਮੰਨ ਲਓ ਕਿਸੇ ਦੇ 5ਵੇਂ ਸੈਮ 'ਚ 5th ਸੈਮ ਉਹਨੂੰ ਸਪਲੀ ਆਈ ਸੀ ਤੇ ਉਹ ਕਲੀਅਰ ਥੋੜਾ ਨਾ ਹੋਈ ਹੈ ਡਿਗਰੀ। ਹੁਣ ਮੈਂ 6ਵੇਂ ਸੈਮ ਦੀ ਡਿਗਰੀ ਦੇ ਕੇ ਕਿੱਦਾਂ ਦੱਸ ਦਾਂਗਾ, ਡੀਐਮਸੀ ਦੇ ਕੇ ਕਿੱਦਾਂ ਦੱਸ ਦਾਂਗੇ ਵੀ ਤੁਹਾਡਾ 5ਵਾਂ ਵੀ ਕਲੀਅਰ ਹੈਗਾ? ਤੇ ਤੁਹਾਨੂੰ ਡੈਫੀਨੇਟਲੀ ਡਿਗਰੀ ਤੋਂ ਬਿਨਾ ਕੋਈ ਵੀ ਜੌਬ ਇੱਦਾਂ ਅਪਲਾਈ ਕਰਨ ਨੂੰ ਨਹੀਂ ਮਿਲੇਗੀ, ਤੁਹਾਨੂੰ ਡਿਗਰੀ ਅਪਲੋਡ ਕਰਨੀ ਹੀ ਪੈਣੀ। ਜੇਕਰ ਉਹ ਕਹਿੰਦੇ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਆ, ਇਟ ਮੀਨਸ ਤੁਹਾਡੇ ਕੋਲ ਹੱਥਾਂ 'ਚ ਡਿਗਰੀ ਹੋਣੀ ਚਾਹੀਦੀ ਹੈ ਤੇ ਉਹਦੀ ਕਾਪੀ ਤੁਸੀਂ ਉੱਥੇ ਅਪਲੋਡ ਕਰਨੀ ਹੈ, ਰਾਈਟ। ਬੇਅਰ ਵਿਦ ਦੈਟ ਥਿੰਗ ਆਊਟ, ਯੂ ਨੀਡ ਟੂ ਬੀ ਵੈਰੀ ਮਚ ਫਰਮ। It is clearly mentioned over there, but still, if you have not read the document carefully, we are providing here you the information regarding the same. I hope this might clear the fact you need to have that degree. आपके पास डिग्री होनी चाहिए, and in Punjabi you must have a degree. ਤੁਹਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਇਹ ਗੱਲ ਮਾਰਕ ਕਰਕੇ ਰੱਖਿਓ, ਤੁਸੀਂ ਵਿਦਆਊਟ ਡਿਗਰੀ ਇਹ ਫਾਰਮ ਫਿਲ ਨਹੀਂ ਕਰ ਸਕਦੇ ਹੋ, ਬਿਕੋਜ਼ ਦੇ ਆਰ ਡਿਮਾਂਡਿੰਗ ਅ ਗ੍ਰੈਜੂਏਟ ਪਰਸਨੈਲਿਟੀ ਓਵਰ ਦੇਅਰ, ਐਂਡ ਅ ਗ੍ਰੈਜੂਏਟ ਪਰਸਨੈਲਿਟੀ ਇਜ਼ ਦ ਵਨ ਜਿਹਦੇ ਕੋਲ ਡਿਗਰੀ ਹੈਗੀ, right? Now, residence certificate was one of the major criterion students were facing, right? This also is clear into this degree. Guys, ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਸੀਂ ਤਹਿਸੀਲ ਕੋਲ ਜਾ ਸਕਦੇ ਹੋ, ਠੀਕ ਹੈ ਜੀ, ਸੁਵਿਧਾ ਕੇਂਦਰ ਤੇ ਜਾ ਸਕਦੇ ਹੋ ਤੇ ਉੱਥੇ ਇਹਦੀ ਐਪਲੀਕੇਸ਼ਨ ਤੁਸੀਂ ਕਰ ਸਕਦੇ ਹੋ ਤੇ ਪਟਵਾਰੀ ਦੀ ਇਨਵੋਲਵਮੈਂਟ ਵੀ ਪਏਗੀ ਤੁਹਾਨੂੰ ਵਿੱਚ ਡੈਫੀਨੇਟਲੀ। ਜੇਕਰ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਕੋਵਿਡ-19 ਦਾ ਮਾਹੌਲ ਬਣਿਆ ਹੋਇਆ, ਤੁਹਾਡੇ ਕੋਲ ਦੂਜੀ ਸੁਣਿਆ ਹੋਣਾ ਤੁਸੀਂ ਅਖਬਾਰਾਂ 'ਚ ਕਿ ਦੂਜੀ ਲਹਿਰ ਵੀ ਆ ਗਈ ਹੈ, ਦੈਰਸ ਅ ਸੈਕਿੰਡ ਵੇਵ ਆਫ ਕੋਵਿਡ, ਸੋ ਵਿਚ ਹੈਜ਼ ਮੇਡ ਕੋਵਿਡ ਐਨ ਐਕਸਟ੍ਰੀਮਲੀ ਡੇਂਜਰਸ ਕਾਈਂਡ ਆਫ ਡਿਜ਼ੀਜ਼ ਔਰ ਪੈਂਡੇਮਿਕ। ਸੋ ਇਹ ਥੋੜ੍ਹੀ ਜਿਹੀ ਪ੍ਰੋਬਲਮ ਆਊਗੀ ਤੇ ਉਹਦੇ ਵਾਸਤੇ ਵੀ ਗੌਰਮੈਂਟ, ਸਾਡੀ ਮੋਦੀ ਗੌਰਮੈਂਟ ਈ ਗਵਰਨਮੈਂਟ ਬਣ ਕੇ ਤੁਹਾਨੂੰ ਪਤਾ ਹੋਊਗਾ, ਤੇ ਸਾਡੇ ਕੋਲ ਅਪਲਾਈ ਔਨਲਾਈਨ ਕਰਨ ਵਾਸਤੇ ਵੀ ਹੈਗਾ ਕੁਝ ਸਿੰਪਲ ਸਟੈਪਸ। ਐਪਲੀਕੈਂਟ ਨੂੰ ਜਿਹੜਾ ਹੈ ਗਵਰਨਮੈਂਟ ਵੈਬਸਾਈਟ ਤੇ ਜਾਣਾ ਪੰਜਾਬ ਦੀ, ਠੀਕ ਹੈ, ਸਿਟੀਜ਼ਨ ਲੌਗਇਨ ਤੇ ਕਲੀਅਰ ਕਰਨਾ ਤੇ ਹੋਮ ਪੇਜ ਤੇ ਪਹੁੰਚ ਜਾਓਗੇ ਤੁਸੀਂ ਪੋਰਟਲ ਦੇ। ਜਿਹੜਾ ਅਗਲਾ ਪੇਜ ਹੋਊਗਾ ਤੁਹਾਡਾ ਉਹ ਹੋਊਗਾ ਇਸ ਬਾਰੇ ਵੀ ਤੁਸੀਂ ਕਿਹੜਾ ਸਰਟੀਫਿਕੇਟ ਅਪਲਾਈ ਕਰਨਾ, ਦੈਟ ਬਿਕਮਸ ਯੋਰ ਰੈਜ਼ੀਡੈਂਟ ਸਰਟੀਫਿਕੇਟ। ਤੁਹਾਨੂੰ ਸਰਵਿਸਿਜ਼ ਦੀ ਲਿਸਟ 'ਚੋਂ ਲੱਭਣਾ ਪੈਣਾ, ਉਹ ਤੁਹਾਨੂੰ ਨਾਲ ਦੇ ਨਾਲ ਮਿਲ ਜਾਏਗਾ ਰੈਜ਼ੀਡੈਂਟ ਸਰਟੀਫਿਕੇਟ। ਹੁਣ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈਗਾ, ਤੁਹਾਨੂੰ ਅਪਲਾਈ ਔਨਲਾਈਨ ਤੇ ਆਪਸ਼ਨ ਤੇ ਕਲਿੱਕ ਕਰਨਾ, ਤੁਹਾਨੂੰ ਨੀਚੇ ਆਪਣਾ ਥੱਲੇ ਉੱਥੇ ਮਿਲ ਜੂਗਾ ਵੀ ਰੈਜ਼ੀਡੈਂਟ ਸਰਟੀਫਿਕੇਟ ਕੀ ਹੈ, ਤੇ ਉਸ ਤੋਂ ਬਾਅਦ ਤੁਸੀਂ ਆਪਣਾ ਫਾਰਮ ਫਿਲ ਕਰ ਦੇਣਾ ਰਿਕੁਆਇਰਡ ਡਿਟੇਲ ਨਾਲ ਤੇ ਆਪਣੇ ਸਕੈਨ ਡਾਕੂਮੈਂਟਸ ਅਟੈਚ ਕਰ ਦੇਣੇ, ਰਾਈਟ। ਇਹ ਜਿਹੜੇ ਸਟੈਪ ਹੈਗੇ ਤੁਸੀਂ ਨੋਟ ਕਰ ਲਓ, ਤੁਸੀਂ ਗੂਗਲ ਤੇ ਵੀ ਟਾਈਪ ਕਰੋਗੇ ਤਾਂ ਵੀ ਤੁਹਾਨੂੰ ਮਿਲ ਜੂਗਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬਈ ਲੈਗੇਸੀ ਕਰੈਕਟ ਹੈ ਕਿ ਨਹੀਂ ਹੈ, ਮੇਰਾ ਸਕਰੀਨਸ਼ਾਟ ਵੀ ਤੁਹਾਡੇ ਵਾਸਤੇ ਅਪਲੋਡ ਕਰ ਰਿਹਾ, ਉਹ ਤੁਸੀਂ ਇੱਕ ਵਾਰ ਚੈੱਕ ਕਰ ਲਓ। ਕੁਝ ਇਹੋ ਜਿਹਾ ਮਿਲੇਗਾ। ਇਹ ਜਿਹੜੀ ਹੈਗੀ ਇਹ ਨੈਸ਼ਨਲ ਈ ਗਵਰਨੈਂਸ ਪਲਾਨ ਦੀ ਹੈਗੀ, ਪਬਲਿਕ ਸਰਵਿਸਿਜ਼ ਕਲੋਜ਼ਰ ਹੋਮ, ਤੇ ਪੰਜਾਬ ਸਰਕਾਰ ਦੀ ਹੈਗੀ, ਗਵਰਨਮੈਂਟ ਆਫ ਪੰਜਾਬ ਵੱਲੋਂ ਹੈਗੀ। ਤੇ ਮੈਂ ਇੱਥੇ ਜਿਹੜਾ ਤੁਹਾਨੂੰ ਇੱਕ ਜਿਹੜਾ ਸਕਰੀਨਸ਼ਾਟ ਸ਼ੋਅ ਕੀਤਾ ਹੋਇਆ ਇੱਕ ਜਸਟ ਇੱਕ ਗਲਿੰਪਸ ਹੈਗਾ ਪਰਸਨਲ ਡਿਪਾਰਟਮੈਂਟ, ਜਿਹਨੂੰ ਪਰਸਨਲ ਵਿਭਾਗ ਵੀ ਕਿਹਾ ਜਾਂਦਾ ਹੈ, ਤੇ ਰੈਜ਼ੀਡੈਂਟ ਸਰਟੀਫਿਕੇਟ ਜਿਹਨੂੰ ਰਿਹਾਇਸ਼ ਸਰਟੀਫਿਕੇਟ ਕਿਹਾ ਜਾਂਦਾ ਹੈ। ਇਹ ਬਹੁਤ ਜ਼ਰੂਰੀ ਹੈਗਾ ਤੇ ਇਹ ਫਾਰਮ ਫਿਲ ਕਰਨਾ, ਇਹ ਛੋਟੇ ਛੋਟੇ ਪਾਰਟਸ ਮੰਗਦਾ ਤੁਹਾਡੇ ਕੋਲ ਵੀ ਤੁਹਾਡਾ ਆਪਣਾ ਨਾਮ, ਤੁਹਾਡਾ ਐਡਰੈਸ, ਪਤਾ ਤੇ ਤੁਹਾਡੇ ਫਾਦਰ ਦਾ ਨਾਮ, ਤੁਹਾਡਾ ਕੈਟੇਗਰੀ ਵਗੈਰਾ ਬਹੁਤ ਚੀਜ਼ਾਂ ਪੁੱਛੀ ਜਾਂਦੀਆਂ ਨਾ। ਨੀਅਰਲੀ 7 ਛੋਟੇ ਛੋਟੇ ਸਟੈਪਸ 'ਚ ਫਾਰਮ ਭਰਿਆ ਜਾਊਗਾ, ਤੁਸੀਂ ਇਹਨੂੰ ਜ਼ਰੂਰ ਭਰਿਓ। ਤੇ ਜਿਨ੍ਹਾਂ ਦੀ ਕੁਐਰੀ ਹੈਗੀ ਕਿ ਰੈਜ਼ੀਡੈਂਟ ਸਰਟੀਫਿਕੇਟ ਚਾਹੀਦਾ, ਜੀ ਹਾਂਜੀ ਬਿਲਕੁਲ ਚਾਹੀਦਾ ਤੇ 7 ਦਿਨ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ ਹੈ। ਜੇਕਰ ਤੁਹਾਨੂੰ ਪਤਾ ਹੈ ਵੀ ਤੁਸੀਂ ਲੇਟ ਦੇਖ ਰਹੇ ਹੋ ਡਿਗਰੀ ਤੇ ਤੁਸੀਂ ਇਹ ਵੀਡੀਓ ਨਹੀਂ ਦੇਖੀ ਹੈ, ਮੈਂ ਤੁਹਾਨੂੰ ਇੰਨਾ ਕਹਿਣਾ ਕਿ 7 ਤਰੀਕ ਤੱਕ ਤੁਸੀਂ ਫਾਰਮ ਭਰ ਸਕਦੇ ਹੋ ਤੇ ਡੈਫੀਨੇਟਲੀ ਤੁਹਾਡੇ ਕੋਲ ਬਹੁਤ ਟਾਈਮ ਹੈਗਾ ਉਹ ਫਾਰਮ ਭਰਨ ਦਾ। ਆਈ ਹੋਪ ਤੁਸੀਂ ਕਰ ਲੋਗੇ ਉਹਨੂੰ, ਰਾਈਟ।
ਅੱਛਾ ਗਾਇਜ਼, ਆਪਾਂ ਮੈਂਸ਼ਨ ਵੀ ਕੀਤਾ ਹੋਇਆ ਹਾਈਟ weight ਇਸ਼ੂ ਬਾਰੇ, ਬਟ ਮੈਂ ਤੁਹਾਨੂੰ ਇੱਕ ਵਾਰ ਫਿਰ ਕਲੀਅਰ ਕਰਦਾ ਕਿਉਂਕਿ ਮੈਨੂੰ ਕਮੈਂਟਸ ਆਏ ਸੀਗੇ। ਇਹ ਫਿਜ਼ੀਕਲ ਸਟੈਂਡਰਡ, these are the applicable physical standards mandatory for the male and female candidates who are definitely filling for the same post। ਇਹ ਚੀਜ਼ ਤੁਹਾਨੂੰ ਡੈਫੀਨੇਟਲੀ ਬਹੁਤ ਹੀ ਜ਼ਰੂਰੀ ਚਾਹੀਦੀ ਹੈ, ਇਸ ਤੋਂ ਬਿਨਾਂ ਕੰਮ ਨਹੀਂ ਬਣੂਗਾ ਜੀ। ਮੈਂ ਤੁਹਾਨੂੰ ਪਹਿਲਾਂ ਦੱਸਦਾ, ਜਿਹੜੇ ਤੁਹਾਡੇ ਕੋਲ ਫਿਜ਼ੀਕਲ ਸਟੈਂਡਰਡ ਹੈਗੇ ਮੇਲ ਕੈਂਡੀਡੇਟ ਵਾਸਤੇ, ਉਹ ਤੁਹਾਡੀ ਹਾਈਟ ਘੱਟੋ ਘੱਟ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ 5 ਫੁੱਟ 7 ਇੰਚ ਦੇ ਹੀ ਹੋਣੇ ਚਾਹੀਦੇ ਤੁਸੀਂ, ਨਾ, ਤੁਹਾਡੀ ਘੱਟੋ ਘੱਟ ਮਿਨੀਮਮ ਰਿਕੁਆਇਰਡ ਇਹ ਹੈਗੀ। ਤੇ ਚੈਸਟ ਵਾਸਤੇ ਦੈਟ ਇਜ਼ 33 ਇੰਚ ਅਨਐਕਸਪੈਂਡਡ ਬਿਨਾ ਫੁਲਾਏ, ਤੇ 34.5 ਇੰਚ ਡੈਫੀਨੇਟਲੀ ਛਾਤੀ ਫੁਲਾ ਕੇ। ਤੇ ਫਿਜ਼ੀਕਲ ਸਟੈਂਡਰਡ ਜਿਹੜੇ ਫੀਮੇਲ ਵਾਸਤੇ ਹੈਗੇ, ਉਹ ਹੈਗੀ ਜਿਹੜੀ ਘੱਟੋ ਘੱਟ ਹਾਈਟ ਤੁਹਾਨੂੰ ਚਾਹੀਦੀ ਉਹ 5 ਫੁੱਟ 3 ਇੰਚ ਦੀ ਹੈਗੀ, ਤੇ weight ਜਿਹੜਾ ਹੈਗਾ ਨੀਅਰ ਅਬਾਊਟ 50 ਕਿਲੋ ਦਾ ਹੈਗਾ। ਤੇ ਇਹ ਤੁਹਾਨੂੰ ਰਿਕੁਆਇਰਮੈਂਟ ਫੁੱਲਫਿਲ ਕਰਨੀ ਹੀ ਹੈ ਜੇ ਤੁਸੀਂ ਇਹਨੂੰ ਅਪਲਾਈ ਕਰ ਰਹੇ ਹੋ। ਤੇ ਇਹਨਾਂ ਤੁਸੀਂ ਥੋੜਾ ਜਿਹਾ ਚੈੱਕ ਕਰਿਓ, ਤੁਹਾਡਾ ਵੀ ਆਪਣਾ ਠੀਕ ਚੱਲ ਰਿਹਾ ਹਾਈਟ weight ਦਾ ਹਿਸਾਬ। ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਆਊਗੀ weight ਬਾਰੇ ਤਾਂ, ਬਿਕੋਜ਼ ਲੋਕਡਾਊਨ ਸੀਗਾ ਤੇ ਲੋਕਾਂ ਨੇ weight ਵਧਾਇਆ ਹੀ ਹੈ, ਘਟਾਇਆ ਤਾਂ ਨਹੀਂ ਹੈਗਾ, ਤੇ ਪ੍ਰੋਬਲਮ ਆਣੀ ਨਹੀਂ ਚਾਹੀਦੀ। ਬਟ ਹਾਈਟ ਵਾਸਤੇ ਯੂ ਨੀਡ ਟੂ ਬੀ ਵੈਰੀ ਮਚ ਕੇਅਰਫੁਲ ਰਿਗਾਰਡਿੰਗ ਦ ਸੇਮ ਵੈਦਰ ਯੂ ਗੈਟਿੰਗ ਦੈਟ ਥਿੰਗ ਔਰ ਨਾਟ, ਰਾਈਟ। ਸੋ ਗਾਈਜ਼, ਮੈਨੂੰ ਲੱਗਦਾ ਜਿਹੜੇ ਵੀ ਤੁਹਾਡੇ ਕਮੈਂਟਸ ਆਏ ਸੀਗੇ ਉਹ ਕਲੀਅਰ ਹੋ ਗਏ ਹੈ। ਜੇਕਰ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਤੇ ਮੈਂ ਉਹ ਕਮੈਂਟਸ ਵੀ ਕਲੀਅਰ ਕਰ ਦਾਂਗਾ। ਯੂ ਫੀਲ ਫ੍ਰੀ ਟੂ ਆਸਕ ਐਨੀਥਿੰਗ। ਤੇ ਤੁਹਾਨੂੰ ਪਤਾ ਹੋਊਗਾ ਵੀ ਆਪਾਂ ਇਹਦੀ ਪ੍ਰਿਪਰੇਸ਼ਨ ਵੀ ਕਰਾ ਰਹੇ ਹੈਗੇ, ਤੇ ਤੁਸੀਂ ਟੈਗਲਾਈਨ ਦੇਖੀ ਵੀ ਹੋਣੀ ਕਿ ਜੋ ਗਿਆਨਮ ਪੜਾਉਂਦਾ ਉਹ ਪੇਪਰ 'ਚ ਆਉਂਦਾ ਹੀ ਹੈ, ਰਾਈਟ। ਸੋ ਮੇਕ ਸ਼ੋਰ ਯੂ ਆਰ ਜਸਟ ਕੰਪੀਟਿੰਗ definitely with the best। And one more thing out over there, if you're facing any other query and you want the details of it, you can just download the Gyanam app from the Google Play Store, or of course the iOS, right, store, and you just need to type over there। If still you face any problem, we are providing the link of downloading the same thing in the description box too, ਤੁਸੀਂ ਉੱਥੋਂ ਵੀ ਜਾ ਕੇ ਦੇਖ ਸਕਦੇ ਹੋ। ਬਟ ਮੇਕ ਸ਼ੋਰ ਤੁਸੀਂ ਚੰਗੀ ਤਰ੍ਹਾਂ ਕੰਪੀਟ ਕਰੋ। ਫਾਰਮ ਭਰਦੇ ਹੋਏ ਥੋੜੀ ਜਿਹੀ ਸਾਵਧਾਨੀ ਰੱਖਿਓ, ਤੁਸੀਂ ਬਹੁਤਾ ਇਹਨੂੰ ਲਾਈਟਲੀ ਨਾ ਲੈ ਕੇ ਚੱਲਿਓ, ਕਿਉਂਕਿ ਜੇ ਤੁਸੀਂ ਫਾਰਮ ਭਰਦੇ ਲਾਈਟਲੀ ਲੈ ਜਾਓਗੇ ਫਿਰ ਤੁਸੀਂ ਐਗਜ਼ਾਮ ਵੀ ਲਾਈਟਲੀ ਦਿਓਗੇ, ਰਾਈਟ। ਤੇ ਤੁਹਾਨੂੰ ਪਤਾ ਹੈ ਵੀ ਪੰਜਾਬ ਸਰਕਾਰ ਜੌਬ ਕੱਢ ਰਹੀ ਹੈਗੀ, ਹੌਲੀ ਹੌਲੀ ਕਰਕੇ ਗ੍ਰੈਜੂਅਲੀ ਤੁਹਾਨੂੰ ਜੌਬ ਮਿਲ ਵੀ ਰਹੀਆਂ ਹੈਗੀਆਂ। ਤੇ ਮੇਕ ਸ਼ੋਰ ਯੂ ਆਰ ਟੇਕਿੰਗ ਇਟ ਡੈਫੀਨੇਟਲੀ ਵੈਰੀ ਸੀਰੀਅਸਲੀ, ਰਾਈਟ। ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੋਊਗੀ ਵਿਲ ਡੈਫੀਨੇਟਲੀ ਸੋਲਵ ਦੈਟ ਪ੍ਰੋਬਲਮ। ਮੀਨਵਾਈਲ ਵੀ ਤੁਸੀਂ ਇਹ ਦੇਖੋ ਤੇ ਜਿਹੜਾ ਕੁਐਰੀ ਹੈ ਉਹਨੂੰ ਸੋਲਵ ਕਰੋ, ਰਾਈਟ। ਥੈਂਕ ਯੂ ਜੀ, ਧੰਨਵਾਦ, ਇੰਜੋਏ।